ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ। ਸੰਗਤ ਦੀ ਰਿਹਾਇਸ਼ ਵਾਸਤੇ ਭਾਵੇਂ ਸੋਹਣੇ ਸੁੰਦਰ ਲੈਂਟਰ ਪੈ ਗਏ ਤੇ ਕਾਫੀ ਕਮਰੇ ਬਣ ਚੁੱਕੇ ਸਨ, ਪਰ ਫਿਰ ਵੀ ਆਪ ਜੀ ਕੱਖਾਂ ਦੀ ਛੰਨ ਵਿੱਚ ਰਹਿਣਾ ਹੀ ਪਸੰਦ ਕਰਦੇ ਸਨ। ਸੰਗਤਾਂ ਦੀ ਆਵਾਜਾਈ ਜ਼ਿਆਦਾ ਹੋਣ ਕਾਰਨ ਆਪ ਜੀ ਨੇ ਲੰਗਰ ਦੇ ਕਮਰੇ ਉੱਪਰ ਇੱਕ ਵੱਡੀ ਛੰਨ ਬਣਵਾ ਲਈ ਸੀ, ਜਿਸ ਵਿੱਚ ਆਪ ਜੀ ਦੇ ਮੰਜੇ ਤੋਂ ਇਲਾਵਾ 2-3 ਹੋਰ ਮੰਜੇ ਡਿੱਠੇ ਰਹਿੰਦੇ ਸਨ। ਇੱਕ ਮੰਜੇ ਤੇ ਆਪ ਜੀ ਵਿਰਾਜਦੇ ਸਨ, ਦੂਸਰੇ ਮੰਜੇ ਤੇ ਆਏ ਗੁਰਸਿੱਖਾਂ ਦੇ ਬੈਠਣ ਵਾਸਤੇ ਰੱਖੇ ਹੋਏ ਸਨ। ਜੋ ਵੀ ਗੁਰਸਿੱਖ ਦਰਸ਼ਨ ਕਰਨ ਆਉਂਦਾ ਉਸ ਨੂੰ ਬੜੇ ਅਦਬ ਸਤਿਕਾਰ ਨਾਲ ਬਰਾਬਰ ਦੇ ਮੰਜੇ ਤੇ ਹੀ ਬਿਠਾਉਂਦੇ। ਆਪ ਜੀ ਕਦੇ ਵੀ ਬਰਾਬਰਤਾ ਵਿੱਚ ਫਰਕ ਨਾ ਪੈਣ ਦਿੰਦੇ। ਆਪ ਜੀ ਨੇ ਸਾਰੀ ਆਜੂ ਏਕ ਪਿਤਾ ਏਕ ਸਕੇ ਹੰਬਾਰਿਕ ਤੂੰ ਮੇਰਾ ਗੁਰੂ ਹਾਈ ਦੇ ਬਚਨ ਦੇ ਪਹਿਰਾ ਦਿੱਤਾ। ਆਪ ਜੀ ਦੀ 33-35 ਸਾਲ ਦੀ ਸੰਗਤ ਵਿੱਚ ਕਦੀ ਵੀ ਇਹ ਨਹੀਂ ਦੇਖਿਆ ਕਿ ਆਪ ਜੀ ਮੰਜੇ ਤੇ ਬੈਠੇ ਹੋ ਤੇ ਸੰਗਤ ਹੇਠਾਂ ਫਰਸ਼ ਤੇ ਬੈਠੀ ਹੋਵੇ। ਜੇ ਮੰਜੇ ਤੇ ਬੈਠਣਾ ਤਾਂ 2-3 ਮੰਜੇ ਆਪਣੇ ਮੰਜੇ ਦੇ ਨਾਲ ਸੰਗਤ ਦੇ ਲਈ ਬੈਠਣ ਵਾਸਤੇ ਸਜਾ ਦੇਣੇ, ਜਾਂ ਫਿਰ ਜ਼ਮੀਨ ਤੇ ਹੀ ਦਰੀ ਵਿਛਵਾ ਕੇ ਸੰਗਤ ਵਿੱਚ ਵਿਰਾਜ ਕੇ ਗੁਰਮਤਿ ਦੇ ਬਚਨ ਵਿਲਾਸ ਕਰਨੇ। ਜੇ ਕਿਸੇ ਸਿੰਘ ਪਾਸੋਂ ਪਾਠ ਸੁਣਨਾ ਹੋਵੇ ਜਾਂ ਇਤਿਹਾਸ ਦਾ, ਉਸ ਦੇ ਬੈਠਣ ਵਾਸਤੇ ਜ਼ਰੂਰ ਉਚੇਰੀ ਵਿਛਾਈ ਕਰਨੀ। ਸਰਦੀ ਦੇ ਦਿਨ ਸਨ। ਆਪ ਜੀ ਆਪਣੀ ਛੰਨ ਵਿੱਚੋਂ ਸਵੇਰ ਦਾ ਨਿਯਮ ਪੂਰਾ ਕਰਨ ਉਪਰੰਤ ਪਰਮੇਸ਼ਵਰ ਜੀ ਦੀ ਬਖਸ਼ਿਸ਼ ਕੀਤੀ ਮਿੱਠੀ ਮਿੱਠੀ ਧੁੱਪ ਵਿੱਚ ਬੈਠੇ ਆਪਣੀ ਅਸਲੀ ਕਾਰ ਕਰ ਰਹੇ ਸਨ। ਦੂਸਰੇ ਪਾਸੇ ਹੁਸ਼ਿਆਰਪੁਰ ਦੇ ਅਕਾਲੀ ਜਥੇਦਾਰ ਵੈਦ ਕਰਤਾਰ ਸਿੰਘ ਜੀ ਤੇ ਸਰਦਾਰ ਜਸਜੀਤ ਸਿੰਘ ਜੀ ਕਿਸੇ ਕਾਰਜ ਵਾਸਤੇ ਗੁਰਦੁਆਰਾ ਗਰਨਾ ਸਾਹਿਬ ਜਾ ਰਹੇ ਸਨ। ਵੈਦ ਜੀ ਸਰਦਾਰ ਜਸਜੀਤ ਸਿੰਘ ਜੀ ਕਾਰ ਵਿੱਚ ਸਵਾਰ ਸਨ। ਰਾਜਨੀਤਿਕ ਗੱਲਾਂ ਕਰਦੇ ਕਰਦੇ ਜਦੋਂ ਇਹ ਦੋਨੋਂ ਜਥੇਦਾਰ ਪਿੰਡ ਮਾਛੀਆਂ ਪਾਸ ਪੁੱਜੇ ਤਾਂ ਵੈਦ ਕਰਤਾਰ ਸਿੰਘ ਨੇ ਅਚਾਨਕ ਚੱਲ ਰਹੀ ਗੱਲ ਨੂੰ ਵਿਚਕਾਰੋਂ ਰੋਕ ਕੇ ਸਰਦਾਰ ਜਸਜੀਤ ਸਿੰਘ ਨੂੰ ਕਿਹਾ ਕਿ ਸੁਣਿਆ ਹੈ ਕਿ ਇਸ ਇਲਾਕੇ ਵਿੱਚ ਇੱਕ ਸਿੱਖ ਸਾਧ ਆ ਟਿਕਿਆ ਹੈ। ਸਿੰਘ ਵੀ ਉਸਨੇ ਬਹੁਤ ਸਜਾਏ ਹਨ। ਸਾਡੇ ਇਸ ਇਲਾਕੇ ਵਿੱਚ ਗਾਤਰਿਆਂ ਵਾਲੇ ਸਿੰਘ ਬੀਬੀਆਂ ਹੁਣ ਆਮ ਦਿਖਾਈ ਦਿੰਦੇ ਹਨ। ਵੈਦ ਕਰਤਾਰ ਸਿੰਘ ਨੇ ਕਾਰ ਚਲਾ ਰਹੇ ਸਰਦਾਰ ਜਸਜੀਤ ਸਿੰਘ ਹੋਰਾਂ ਨੂੰ ਕਿਹਾ, ਇਹ 2 ਮੀਲ ਦੇ ਸਫ਼ਰ ਵਿੱਚ ਵੀ ਜੋ 15-20 ਅੰਮ੍ਰਿਤਧਾਰੀ ਸਿੰਘ ਸੜਕੇ ਤੁਰੇ ਜਾਂਦੇ ਅਸੀਂ ਵੇਖੇ ਹਨ, ਇਹ ਸਾਰੀ ਉਹਨਾਂ ਦੀ ਹੀ ਕਿਰਪਾ ਹੈ। ਪਹਿਲਾਂ ਇੱਥੇ ਸਿੱਖੀ ਕਿੱਥੇ ਸੀ? ਇਹ ਇਲਾਕਾ ਤਾਂ ਨਾਸਤਿਕਾਂ ਦਾ ਗੜ੍ਹ ਸੀ। ਇੱਥੇ ਦੇ MP MLA ਵੀ ਕਮਿਊਨਿਸਟ, ਇਹ ਸਾਰਾ ਇਲਾਕਾ ਹੀ ਕਮਿਊਨਿਸਟਾਂ ਦਾ ਸੀ। ਇਹ ਸਾਰੇ ਹੀ ਲੈਨਿਕ ਦੇ ਪੁਜਾਰੀ ਸੀ। ਸਰਦਾਰ ਜਸਜੀਤ ਸਿੰਘ ਨੇ ਉੱਤਰ ਦਿੰਦਿਆਂ ਕਿਹਾ ਕਿ ਸੁਣਿਆ ਤਾਂ ਮੈਂ ਵੀ ਹੈ, ਪਰ ਅਜੇ ਦਰਸ਼ਨ ਨਹੀਂ ਕੀਤੇ। ਵੈਦ ਜੀ ਨੇ ਝੱਟ ਉੱਤਰ ਦਿੱਤਾ, ਅੱਜ ਸਾਡੇ ਪਾਸ ਸਮਾਂ ਵੀ ਹੈ ਤੇ ਸਵਾਰੀ ਵੀ ਆਪਣੀ ਹੈ। ਆਪਾਂ ਸੰਤ ਗੁਰਾਂ ਨੂੰ ਅੱਜ ਹੀ ਮਿਲ ਆਉਂਦੇ ਹਾਂ, ਨਾਲੇ ਸੰਤ ਦੀ ਪਰਖ ਕਰ ਲੈਂਦੇ ਹਾਂ। ਪਤਾ ਤਾਂ ਲੱਗੇ ਜਾਵੇ ਕਿ ਰੋਟੀ ਦੀ ਖਾਤਰ ਤੇ ਆਪਣੀ ਮਾਨਤਾ ਕਰਵਾਉਣ ਲਈ ਹੀ ਬੈਠੇ ਹਨ ਜਾਂ ਸੱਚੇ ਕਰਤਾਰ ਦਾ ਉਪਾਸਕ ਅਸਲੀ ਸੰਤ ਹਨ। ਇੰਨੀਆਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਗੁਰਦੁਆਰਾ ਸਾਹਿਬ ਦੀ ਸੜਕ ਦਾ ਮੋੜ ਆ ਗਿਆ। ਸਰਦਾਰ ਜਸਜੀਤ ਸਿੰਘ ਜੀ ਨੇ ਵੈਦ ਹੋਰਾਂ ਨੂੰ ਪੁੱਛ ਕੇ ਗੱਡੀ ਗੁਰਦੁਆਰਾ ਸਾਹਿਬ ਜੀ ਦੇ ਸੜਕੇ ਪਾ ਲਈ ਤੇ ਨਾਲ ਹੀ ਵੈਦ ਜੀ ਨੂੰ ਪ੍ਰਸ਼ਨ ਵੀ ਕੀਤਾ ਕਿ ਤੁਸੀਂ ਸੱਚੇ ਤੇ ਨਕਲੀ ਸੰਤ ਦੀ ਪਰਖ ਕਿਵੇਂ ਕਰੋਗੇ? ਵੈਦ ਜੀ ਨੇ ਅੱਗੋਂ ਉੱਤਰ ਦਿੱਤਾ, ਸਰਦਾਰ ਜਸਜੀਤ ਸਿੰਘ, ਮੇਰੇ ਹੱਥ ਤਾਂ ਵੇਖੀ ਸਾਰੀ ਉਮਰ ਲੰਘ ਚੱਲੀ ਹੈ। ਧੌਲੀਆਂ ਨੇ ਆ ਪ੍ਰਵੇਸ਼ ਕੀਤਾ ਹੈ। ਅਸੀਂ ਰਾਜਨੀਤਿਕ ਬੰਦੇ ਹਾਂ। ਤੁਰਦੇ ਜਾਂਦੇ ਦੀ ਤੋਰ ਵੇਖ ਕੇ ਪਰਖ ਲਈਦਾ ਹੈ। ਮੈਂ ਕਿਹੜਾ ਕੋਈ ਲੁਕ ਕੇ ਪਰਖ ਕਰਨੀ ਹੈ, ਤੇਰੇ ਸਾਹਮਣੇ ਹੀ ਡਰਾਮਾ ਰਚਣਾ ਹੈ।
ਸਰਦਾਰ ਜਸਜੀਤ ਸਿੰਘ ਹੁਰੀ ਦੱਸਦੇ ਸਨ ਕਿ ਅਸੀਂ ਇਸ ਹਾਸੇ ਮਖੌਲ ਦੀਆਂ ਗੱਲਾਂ ਕਰਦੇ ਕਰਦੇ ਗੁਰਦੁਆਰਾ ਸਾਹਿਬ ਆ ਪੁੱਜੇ। ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਇੱਕ ਬਜ਼ੁਰਗ ਸੇਵਾਦਾਰ ਨੂੰ ਪੁੱਛਿਆ ਕਿ ਸੰਤ ਜੀ ਕਿਹੜੇ ਕਮਰੇ ਵਿੱਚ ਰਹਿੰਦੇ ਹਨ। ਉਸਨੇ ਉੱਪਰ ਛੰਨ ਵੱਲ ਇਸ਼ਾਰਾ ਕਰ ਦਿੱਤਾ। ਅਸੀਂ ਦੋਵੇਂ ਬਾਬਾ ਜੀ ਵਾਲੀ ਛੰਨ ਵਿੱਚ ਚਲੇ ਗਏ, ਪਰ ਛੰਨ ਖਾਲੀ ਸੀ। 3 ਮੰਜੇ ਸਨ, ਤਿੰਨਾਂ ਉੱਪਰ ਦਰੀਆਂ ਵਿਛੀਆਂ ਸਨ। ਇੱਕ ਮੰਜੇ ਤੇ ਸਿਰਹਾਣਾ ਪਿਆ ਸੀ। ਵੈਦ ਜੀ ਨੇ ਮਨ ਵਿੱਚ ਸਮਝਿਆ ਕਿ ਇਹ ਮੰਜਾ ਸੰਤ ਜੀ ਦਾ ਹੈ। ਉਸ ਮੰਜੇ ਦੇ ਬਿਲਕੁਲ ਸਿਰਹਾਣੇ ਵੱਲ ਵੈਦ ਜੀ ਚੁੱਪ ਕਰੀਤੇ ਬੈਠ ਗਏ। ਸਰਦਾਰ ਜਸਜੀਤ ਸਿੰਘ ਨੇ ਵੈਦ ਜੀ ਨੂੰ ਕਿਹਾ ਕਿ ਇਹ ਮੰਜਾ ਸੰਤਾਂ ਦਾ ਲੱਗਦਾ ਹੈ, ਭਾਵੇਂ ਇਸ ਉੱਤੇ ਕੋਈ ਉਚੇਚੀ ਵਿਛਾਈ ਆਦਿ ਨਹੀਂ। ਤੁਸੀਂ ਇੱਧਰ ਮੇਰੇ ਕੋਲ ਆ ਜਾਵੋ। ਵੈਦ ਹੋਰਾਂ ਅੱਗੋਂ ਉੱਤਰ ਦਿੱਤਾ ਕਿ ਮੈਂ ਤਾਂ ਸੰਤਾਂ ਦੇ ਖਾਲੀ ਮੰਜੇ ਤੇ ਬੈਠਾ ਹਾਂ, ਤੇ ਜੇ ਮੰਜੇ ਤੇ ਬਾਬਾ ਜੀ ਬੈਠੇ ਵੀ ਹੁੰਦੇ ਤਦ ਵੀ ਮੈਂ ਸਿਰਹਾਣੇ ਵੱਲ ਹੀ ਬੈਠਣਾ ਸੀ। ਇਹੀ ਤਾਂ ਵੇਖਣਾ ਹੈ ਕਿ ਜੇ ਤਾਂ ਕੋਈ ਮਾਨੀ ਤੇ ਆਪਣੀ ਪੂਜਾ ਦਾ ਭੁੱਖਾ ਸੰਤ ਹੋਇਆ, ਫਿਰ ਤਾਂ ਮੈਨੂੰ ਮੰਜੇ ਉੱਪਰ ਬੈਠਾ ਦੇਖ ਕੇ ਉਸ ਨੂੰ ਸੱਤੀ ਕੱਪੜੀ ਅੱਗ ਲੱਗ ਜਾਵੇਗੀ, ਤੇ ਸਾਨੂੰ ਜਲ ਪਾਣੀ ਤਾਂ ਕੀ, ਉਸਨੇ ਬੁਲਾਉਣਾ ਤੱਕ ਨਹੀਂ। ਪਰ ਜੇ ਕੋਈ ਰੱਬ ਦਾ ਪਿਆਰਾ ਅਸਲੀ ਸੰਤ ਹੋਇਆ, ਫਿਰ ਤੇਰੇ ਸਾਹਮਣੇ ਸਾਰੇ ਖੇਡ ਵਰਤਣੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਵੈਦ ਜੀ ਅਤੇ ਸਰਦਾਰ ਜਸਜੀਤ ਸਿੰਘ ਜੀ ਛੰਨ ਅੰਦਰ 2 ਮੰਜਿਆਂ ਤੇ ਬੈਠ ਗਏ। ਉਸ ਬਜ਼ੁਰਗ ਸੇਵਾਦਾਰ ਨੇ ਬਾਬਾ ਜੀ ਨੂੰ ਖਬਰ ਕੀਤੀ ਕਿ ਕੋਈ 2 ਪ੍ਰੇਮੀ ਆਪ ਜੀ ਨੂੰ ਮਿਲਣ ਵਾਸਤੇ ਆਏ ਹਨ ਤੇ ਤੁਹਾਡੇ ਕਮਰੇ ਵੱਲ ਗਏ ਹਨ। ਬਾਬਾ ਜੀ ਨੇ ਉਸ ਸੇਵਾਦਾਰ ਨੂੰ ਕਿਹਾ ਕਿ ਤੁਸੀਂ ਉਹਨਾਂ ਨੂੰ ਮਿੱਠਾ ਜਲ ਬਣਾ ਕੇ ਛਕਾਓ, ਮੈਂ ਵੀ 2-3 ਮਿੰਟਾਂ ਵਿੱਚ ਉਹਨਾਂ ਦੇ ਦਰਸ਼ਨ ਕਰਦਾ ਹਾਂ। ਸੇਵਾਦਾਰ ਜਲ ਬਣਾਉਣ ਲੱਗ ਪਿਆ। ਆਪ ਜੀ ਚੱਲ ਰਹੀ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਪੂਰੀ ਕਰਕੇ ਛੰਨ ਵੱਲ ਆਏ ਹੋਏ ਗੁਰਸਿੱਖਾਂ ਨੂੰ ਮਿਲਣ ਚੱਲ ਪਏ। ਬਾਬਾ ਜੀ ਨੇ ਜਾਂਦਿਆਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਵੈਦ ਜੀ ਤੇ ਸਰਦਾਰ ਜੀ ਨੇ ਫਤਿਹ ਦਾ ਉੱਤਰ ਦੇਣ ਲਈ ਖੜੇ ਹੋ ਗਏ ਤੇ ਵੈਦ ਜੀ ਬਾਬਾ ਜੀ ਦੇ ਮੰਜੇ ਤੋਂ ਉੱਠ ਕੇ ਦੂਸਰੇ ਮੰਜੇ ਵੱਲ ਹੋਣ ਲੱਗੇ। ਬਾਬਾ ਜੀ ਨੇ ਵੈਦ ਹੋਰਾਂ ਨੂੰ ਬਾਂਹ ਤੋਂ ਫੜ ਕੇ ਆਪਣੇ ਸਿਰਹਾਣੇ ਵੱਲ ਹੀ ਬੈਠਣ ਲਈ ਮਜਬੂਰ ਕੀਤਾ ਤੇ ਵਚਨ ਕੀਤਾ ਕਿ ਤੁਸੀਂ ਇੰਨੀ ਦੂਰੋਂ ਚੱਲ ਕੇ ਦਰਸ਼ਨ ਦਿੱਤੇ ਹਨ। ਦੂਸਰੇ ਗੁਰੂ ਮਹਾਰਾਜ ਜੀ ਨੇ ਸਾਨੂੰ ਸਿੱਖਾਂ ਨੂੰ ਬਰਾਬਰਤਾ ਬਖਸ਼ਿਸ਼ ਕੀਤੀ ਹੈ। ਅਸੀਂ ਸਾਰੇ ਹੀ ਉਸ ਪਰਮਾਤਮਾ ਦੇ ਪੁੱਤਰ ਹਾਂ ਤੇ ਗੁਰੂ ਦੇ ਸਿੱਖ ਹੋਣ ਕਰਕੇ ਗੁਰ ਭਾਈ ਹਾਂ। ਸਾਡੇ ਤਾਂ 2 ਰਿਸ਼ਤੇ ਬਣ ਜਾਂਦੇ ਹਨ, ਸੋ ਭਰਮ ਨਾ ਕਰੋ। ਵੈਦ ਜੀ ਮਨ ਵਿੱਚ ਪਛਤਾਉਣ ਤੇ 1-2 ਵਾਰੀ ਉੱਠਣ ਦਾ ਯਤਨ ਵੀ ਕੀਤਾ ਤੇ ਕਿਹਾ ਕਿ ਬਾਬਾ ਜੀ, ਮੈਂ ਤੁਹਾਡੇ ਸਾਹਮਣੇ ਮੰਜੇ ਤੇ ਬੈਠ ਜਾਂਦਾ ਹਾਂ, ਪਰ ਆਪ ਜੀ ਨੇ ਸਿਰਹਾਣੇ ਵਾਲੇ ਪਾਸੇ ਹੀ ਬਹਿਣ ਲਈ ਮਜਬੂਰ ਕੀਤਾ। ਸਿੰਘ ਜਲ ਪਾਣੀ ਲੈ ਆਇਆ ਤੇ ਬਾਬਾ ਜੀ ਨੇ ਆਪ ਵਰਤਾਉਣ ਦੀ ਸੇਵਾ ਕੀਤੀ। ਥੋੜੀ ਦੇਰ ਗੁਰਮਤਿ ਦੇ ਬਚਨ ਬਿਲਾਸ ਕਰਦੇ ਰਹੇ ਤੇ ਅਖੀਰ ਬਾਬਾ ਜੀ ਨੇ ਪੁੱਛਿਆ ਕਿ ਆਪ ਜੀ ਕਿੱਥੋਂ ਆਏ ਹੋ ਤੇ ਕਿੱਧਰ ਜਾਣਾ ਹੈ। ਵੈਦ ਜੀ ਨੇ ਆਪਣੀ ਤੇ ਸਰਦਾਰ ਜੀ ਦੀ ਜਾਣਕਾਰੀ ਦਿੱਤੀ ਤੇ ਪ੍ਰੋਗਰਾਮ ਦੱਸਿਆ। ਬਾਬਾ ਜੀ ਨੇ ਕਿਹਾ ਕਿ ਅਸੀਂ ਆਪ ਜੀ ਨੂੰ ਇੱਥੇ ਜਾਂ ਬਾਹਰ ਧੁੱਪੇ ਮੰਜੇ ਵਿਛਾ ਦਿੰਦੇ ਹਾਂ, ਥੋੜਾ ਆਰਾਮ ਕਰ ਲਵੋ। ਸਾਡਾ ਅਜੇ ਸੁਖਮਨੀ ਸਾਹਿਬ ਜੀ ਦਾ ਪਾਠ ਰਹਿੰਦਾ ਹੈ, ਉਸ ਨੂੰ ਪੂਰਾ ਕਰਨਾ ਹੈ। ਜੇ ਤੁਹਾਡੇ ਪਾਸ ਸਮਾਂ ਹੈ ਤੇ ਮਨ ਚਾਹੁੰਦਾ ਹੈ ਤਾਂ ਪਾਠ ਸਰਵਣ ਕਰ ਲਵੋ। ਪਰ ਵੈਦ ਜੀ ਨੇ ਦੁਨਿਆਵੀ ਰੁਝੇਵੇਂ ਦੱਸ ਕੇ ਆਪ ਜੀ ਪਾਸੋਂ ਵਿਦਾ ਲਈ। ਰਸਤੇ ਵਿੱਚ ਵੈਦ ਜੀ ਤੇ ਸਰਦਾਰ ਜਸਜੀਤ ਸਿੰਘ ਜੀ ਨੂੰ ਕਈ ਵਾਰ ਦੁਹਰਾਇਆ ਕਿ ਮੈਂ ਜ਼ਿੰਦਗੀ ਵਿੱਚ ਇਹ ਬਹੁਤ ਵੱਡੀ ਗਲਤੀ ਕੀਤੀ ਹੈ। ਇੱਕ ਪੂਰਨ ਮਹਾਪੁਰਸ਼ਾਂ ਦੀ ਪਰਖ ਕਰਨ ਲਈ ਉਹਨਾਂ ਦੇ ਸਿਰਹਾਣੇ ਬੈਠ ਕੇ ਪਾਪ ਖੱਟਿਆ ਹੈ। ਉਹਨਾਂ ਨੂੰ ਤਾਂ ਮੇਰੇ ਸਿਰਹਾਣੇ ਵੱਲ ਬੈਠਣ ਕਾਰਨ ਰਤਾ ਲੇਸ ਮਾਤਰ ਵੀ ਮਨ ਵਿੱਚ ਮੇਰੇ ਪ੍ਰਤੀ ਬੁਰੀ ਭਾਵਨਾ ਤਾਂ ਕੀ ਖਿਆਲ ਤੱਕ ਨਹੀਂ ਆਇਆ, ਸਗੋਂ ਜ਼ਰੂਰਤ ਤੋਂ ਵੱਧ ਹੋਰ ਪਿਆਰ ਬਖਸ਼ਿਆ ਹੈ। ਜਿੰਨਾ ਚਿਰ ਸੰਤਾਂ ਕੋਲ ਬੈਠੇ ਹਾਂ, ਬਾਹਰਲੇ ਫੁਰਨੇ ਵੀ ਬੰਦ ਰਹੇ ਹਨ, ਸ਼ਾਂਤੀ ਤੇ ਖੇੜਾ ਬਣਿਆ ਰਿਹਾ ਹੈ। ਸੰਤਾਂ ਪਾਸੋਂ ਤਾਂ ਸ਼ਾਂਤੀ ਮਿਲਣੀ ਹੀ ਸੀ। ਇਸ ਛੰਨ ਵਿੱਚ
ਵੜਦਿਆਂ ਹੀ ਕੁਝ ਹੋਰ ਤਰ੍ਹਾਂ ਆਨੰਦ ਮਹਿਸੂਸ ਹੋਇਆ। ਇਹ ਮੇਰੀ ਜ਼ਿੰਦਗੀ ਵਿੱਚ ਪਹਿਲੀ ਘਟਨਾ ਹੈ, ਨਹੀਂ ਤਾਂ ਕਈ ਵਾਰੀ ਸੰਤਾਂ ਤੱਕ ਪੁੱਜਣ ਤੋਂ ਪਹਿਲਾਂ ਹੀ ਉਹਨਾਂ ਦੇ ਚੇਲੇ ਬੰਦੇ ਨੂੰ ਰਿਆਲਾ ਕਰ ਦਿੰਦੇ ਹਨ। ਬਾਕੀ ਜੇਕਰ ਕੋਈ ਕਸਰ ਰਹਿੰਦੀ ਜਾਵੇ ਤਾਂ ਮਹਾਤਮਾ ਜਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਦੇਵੋ। ਚਰਨਾਂ 'ਤੇ ਸਿਰ ਰੱਖ ਕੇ ਮੱਥਾ ਨਾ ਟੇਕੋ, ਰਹਿੰਦੀ ਕਸਰ ਉਹ ਕੱਢ ਦਿੰਦੇ ਹਨ। ਸਰਦਾਰ ਜਸਜੀਤ ਸਿੰਘ, ਮੇਰੀ ਜ਼ਿੰਦਗੀ ਵਿੱਚ ਤੇ ਇਹ ਪਹਿਲਾ ਮੌਕਾ ਹੈ ਕਿ ਮੈਂ ਇੱਕ ਸਿੰਘ ਸੰਤ ਦੇ ਦਰਸ਼ਨ ਕੀਤੇ ਹਨ ਜੋ ਇੱਕ ਸਧਾਰਨ ਜਗਿਆਸੂ ਨੂੰ ਵੀ ਗੁਰਸਿੱਖ ਭਰਾ ਕਹਿ ਕੇ ਸਨਮਾਨ ਦਿੰਦੇ ਹਨ। ਇਹੋ ਜਿਹੇ ਬਿਰਲੇ ਹੀ ਕਿਤੇ ਭਾਗਾਂ ਨਾਲ ਹੀ ਮਿਲਦੇ ਹਨ। ਬੈਦ ਜੀ ਦੇ ਮਨ ਤੇ ਬਾਬਾ ਜੀ ਦੀ ਨਿਮਰਤਾ ਤੇ ਨਾਮ ਸਿਮਰਨ ਦੀ ਕਮਾਈ ਦਾ ਗਹਿਰਾ ਅਸਰ ਹੋਇਆ। ਜਦੋਂ ਵੀ ਬੈਦ ਜੀ ਨੇ ਇਸ ਸੜਕੇ ਲੰਘਣਾ, ਜ਼ਰੂਰ ਹੀ ਬਾਬਾ ਜੀ ਨੂੰ ਮਿਲ ਕੇ ਜਾਣਾ ਤੇ ਉਚੇਚਾ ਸਮਾਗਮ ਤੇ ਕਈ ਵਾਰ ਹਾਜ਼ਰੀ ਭਰ ਕੇ ਧੰਨ ਭਾਗ ਸਮਝਣੇ। ਬਾਬਾ ਜੀ ਦੇ ਅੰਦਰ ਇੰਨੀ ਨਿਮਰਤਾ ਤੇ ਮਨ ਦੀ ਗਰੀਬੀ ਸੀ ਕਿ ਛੋਟੇ ਬੱਚਿਆਂ ਨੂੰ ਵੀ ਜੀ ਕਹਿ ਕੇ ਬੁਲਾਉਂਦੇ ਸਨ। ਆਪ ਜੀ ਦੀ ਜ਼ੁਬਾਨ ਵਿੱਚੋਂ ਓਏ ਜਾਂ ਤੂੰ ਸ਼ਬਦ ਮੈਂ ਕਦੀ ਨਹੀਂ ਸੀ ਸੁਣਿਆ। ਆਪ ਹਮੇਸ਼ਾ ਕਹਿੰਦੇ ਸਨ ਕਿ ਅਸੀਂ ਸਾਰੇ ਇੱਕ ਪ੍ਰਭੂ ਪਰਮੇਸ਼ਵਰ ਦਾ ਪਰਿਵਾਰ ਹਾਂ। ਜਿਵੇਂ ਪਰਿਵਾਰ ਵਿੱਚੋਂ ਕੋਈ ਵੱਡਾ ਕੋਈ ਛੋਟਾ ਹੁੰਦਾ ਹੈ, ਪਰ ਹੁੰਦੇ ਤਾਂ ਸਾਰੇ ਹੀ ਪਰਿਵਾਰ ਦੇ ਮੈਂਬਰ ਹੀ ਨਾ। ਉਮਰ ਭਾਵੇਂ ਕੋਈ ਵੱਡਾ ਹੋਵੇ, ਪਰ ਕਈ ਵਾਰੀ ਛੋਟੀ ਉਮਰ ਵਾਲੇ ਸਰੀਰ ਵਿੱਚ ਵੀ ਬਹੁਤ ਮਹਾਨ ਆਤਮਾ ਹੁੰਦੀ ਹੈ। ਸੋ ਸਾਰਿਆਂ ਵਿੱਚ ਉਸ ਪ੍ਰਭੂ ਦੇ ਅੰਸ਼ ਜਾਣ ਕੇ ਸਭ ਦਾ ਸਤਿਕਾਰ ਕਰਨਾ ਬਣਦਾ ਹੈ। ਦੂਸਰੇ, ਕਿਸੇ ਵੀ ਜਗਿਆਸੂ ਤੇ ਪਤਾ ਨਹੀਂ ਪਰਮੇਸ਼ਵਰ ਨੇ ਕਿਸ ਸਮੇਂ ਕਿੰਨੀ ਮਿਹਰ ਕਰ ਦੇਣੀ ਹੈ। ਸੋ ਕਿਸੇ ਨਾਲ ਵੀ ਗਿਲਾਨੀ ਨਹੀਂ ਕਰਨੀ ਚਾਹੀਦੀ। ਜੇ ਕੁਝ ਲਾਹਾ ਖੱਟਣਾ ਹੈ ਤਾਂ ਆਪਣੇ ਤੋਂ ਸਭ ਨੂੰ ਉੱਚਾ ਜਾਣੋ। ਇਸ ਦੇ ਉਲਟ ਜੋ ਆਪਣੇ ਆਪ ਨੂੰ ਚੰਗਾ ਜਾਣਨਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਨਹੀਂ ਚੜ੍ਹਦਾ। ਇਹ ਮਨ ਦੀ ਨਿਮਰਤਾ ਗੱਲੀ ਬਾਤੀ ਨਹੀਂ ਪ੍ਰਾਪਤ ਹੁੰਦੀ, ਇਹ ਤਾਂ ਨਾਮ ਸਿਮਰਨ ਦੇ ਤੇ ਗੁਰੂ ਉਪਦੇਸ਼ ਦੀ ਕਮਾਈ ਦੁਆਰਾ ਹੀ ਮਿਲਦੀ ਹੈ। ਤੇ ਇਹ ਸੀ ਬਾਬਾ ਜੀ ਦੀ ਜੀਵਨੀ ਦਾ ਇੱਕ ਛੋਟਾ ਜਿਹਾ ਅੰਸ਼, ਜਿਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਦੇ ਮਾਨ ਅਪਮਾਨ ਤੋਂ ਦੁੱਖ ਸੁੱਖ ਮਨ ਵਿੱਚ ਨਹੀਂ ਲਿਆਉਣਾ ਚਾਹੀਦਾ ਹੈ। ਸਭ ਨੂੰ ਬਰਾਬਰ ਇੱਜ਼ਤ ਸਨਮਾਨ ਦੇਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।